ਨਾਮ ਵਾਹਿਗੁਰੂ ਸਾਹਿਬ ਜੀ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਕਲ ਯੁਗ ਅੰਦਰ ਇੱਕ ਦਿਖਾਇਆ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਉਲਟਾ ਖੇਲ ਪਿਰਮ ਦਾ, ਪੈਰਾਂ ਉੱਪਰ ਸੀਸ ਨਿਵਾਇਆ। ਕਲ ਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਕਲ ਤਾਰਨ ਗੁਰ ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ। ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਬ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ, ਸ਼ਬਦਾ ਅਵਤਾਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਗੋਦ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਸੱਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਰਹੇ ਪਰਮ ਸਤਿਕਾਰਯੋਗ ਸਤ ਸੰਗੀ ਜਨੋ, ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਦਾਸ ਵੱਲੋਂ ਜਗਤ ਜਲੰਦੇ ਦੇ ਤਾਰਨਹਾਰ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ 552ਵੇਂ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਇਸ ਦੇ ਨਾਲ ਹੀ ਕਿਸਾਨ ਮੋਰਚੇ ਦੀ ਸਫਲਤਾ ਤੇ ਉਹਦੀ ਜਿੱਤ ਦੀ ਵੀ ਵਧਾਈ ਹੋਵੇ। ਅੱਜ ਬੜੇ ਪਿਆਰ ਦੇ ਨਾਲ ਪੰਥ ਦੇ ਮਹਾਨ ਕੀਰਤਨੀ ਭਾਈ ਗੁਰਜਿੰਦਰ ਸਿੰਘ ਜੀ ਹਜੂਰੀ ਰਾਗੀ ਜਥੇ ਪਾਸੋਂ ਸਤਿਗੁਰਾਂ ਦੀਆਂ ਸਿਫਤਾਂ ਕੀਰਤਨ ਰੂਪ ਵਿੱਚ ਆਪ ਸੰਗਤ ਨੇ ਸਰਵਣ ਕੀਤੀਆਂ। 3:15 ਵਜੇ ਤੱਕ ਦਾ ਸਮਾਂ, ਕਿਉਂਕਿ 3:50 ਤੇ ਉਪਰੰਤ ਟ੍ਰੇਨ ਹੈ, ਵਧਾ ਸਕਦੇ ਨਹੀਂ, ਪਰ ਸਮਾਂ ਸੀਮਤ ਹੈ। ਇਤਿਹਾਸ ਸਮਾਂ ਮੰਗਦਾ ਹੈ, ਪਰ ਕੋਸ਼ਿਸ਼ ਕਰੀਏ ਕਿ ਜਿੰਨੇ ਵੀ ਤੁਸੀਂ ਗੁਰੂ ਕੀ ਗੋਦ ਵਿੱਚ ਬੈਠੇ ਹੋ, ਥੋੜੀ ਜਿਹੀ ਇਕਾਗਰਤਾ ਬਣਾ ਕੇ ਰੱਖਿਓ ਕਿ ਆਪਾਂ ਸੀਮਤ ਸਮੇਂ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਸਕੀਏ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਆਂ ਸਿਫਤਾਂ ਕਰਦਿਆਂ ਕਰਦਿਆਂ ਉਹਨਾਂ ਦੇ ਬਖਸ਼ਿਸ਼ਾਂ ਦੇ ਵਿੱਚੋਂ ਇੱਕ ਬਖਸ਼ਿਸ਼ ਵੀ ਕਿਤੇ ਸਾਡੇ ਜੀਵਨ ਵਿੱਚ ਵਸ ਗਈ। ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਉਹ ਅਵਸਥਾ ਸਾਨੂੰ ਪ੍ਰਾਪਤ ਹੋ ਜਾਏ। ਪਿਆਰ ਅਸੀਸ ਬਖਸ਼ਦਿਆਂ ਕੋਈ ਰਸਨਾ ਵਾਂਝੀ ਨਾ ਰਹੇ। ਦੋਨੋਂ ਹੱਥ ਜੋੜ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਿਫਤ ਕਰਦਿਆਂ ਜਿੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਬੇਅੰਤ ਪ੍ਰਮਾਣ ਦੇ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਨਮਸਕਾਰ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭੱਟ ਸਾਹਿਬਾਨ ਨੇ ਸਵਈਆਂ ਦੇ ਅੰਦਰ ਸਤਿਗੁਰਾਂ ਦੀ ਸਿਫਤ ਕੀਤੀ। ਸਿੱਖ ਹੋਣ ਦੇ ਨਾਤੇ ਅਸੀਂ ਸਾਰੇ ਹੀ ਗੁਰੂ ਨਾਨਕ ਪਾਤਸ਼ਾਹ ਦੀਆਂ ਸਿਫਤਾਂ ਕਰਦੇ ਹਾਂ, ਪਰ ਆਨੰਦ ਤੇ ਉਦੋਂ ਹੈ ਜਦੋਂ ਸਿੱਖ ਤੋਂ ਇਲਾਵਾ ਬਾਕੀ ਧਰਮਾਂ ਦੇ ਮੁਖੀਆਂ ਤੇ ਆਗੂਆਂ ਨੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਕੀਤੀ। ਦੁਨੀਆ ਦੇ ਵਿੱਚ ਰਹਿਬਰ ਬੜੇ ਹੋਏ ਨੇ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਹਾਡੇ ਵਰਗਾ ਰਹਿਬਰ ਜਗਤ ਦੇ ਵਿੱਚ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਹੈ। ਇੱਕ ਵਿਦਵਾਨ ਨੇ ਬਹੁਤ ਸੁੰਦਰ ਢੰਗ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਕੀਤੀ। ਕਹਿੰਦਾ ਯੂੰ ਤੋਂ ਬਹੁਤ ਸੇ ਪਾਰਸਾਂ ਹੋਏ ਹੈ ਇਸ ਜਹਾਂ ਵਿੱਚ। ਧਿਆਨ ਨਾਲ ਸੁਣਦੇ ਚੱਲਿਓ, ਮੈਂ ਇਹਦੇ ਨਾਲ ਨਾਲ ਹੀ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਤੁਹਾਡੇ ਸਾਹਮਣੇ ਰੱਖਣੀਆਂ ਨੇ। ਇਤਿਹਾਸ ਸੁਣਾਉਣ ਦਾ ਸਮਾਂ ਨਹੀਂ, ਪਰ ਉਸ ਇਤਿਹਾਸ ਵਿੱਚੋਂ ਪੰਛੀ ਝਾਤ ਜ਼ਰੂਰ ਆਪਾਂ ਸਾਰਿਆਂ ਨੇ ਮਾਰਨ ਦਾ ਯਤਨ ਕਰਨਾ।
कि यूं तो बहुत से पारसा हुए हैं इस जहां में। पारस एक पत्थर नूं कहा जाता है। पत्थर दे बारे विच सुनिया है कि जे लोहा तांबा चांदी सोना भाव कि ये जड़ियां धातां ने छूण दे नाल सोना बन जांदियां। लोहा पारस की संगत करके सोना बन जाता है, तांबा उहदी संगत करके सोना बन जाता है। पर जिथे पारस आम धातु नूं सोना बनाउंदा है उत्थे पारस दुनिया दे विच जे किसे कोल पत्थर होवे ते इहदा भाव कि वह सोना ते बना सकदा है, पर उस पारस दे विच एक घाट है कि किसे धातु नूं अपने वर्गा पारस नहीं बना सकदा। इस तरह बहुत सारे पारस आए जिन्हां ने जगत दे विच आके मनुखता दा भला करदिआं लोकां दा जीवन उच्चा चुक्या। उन्हां दा सन्मान भी होया, सत्कार भी होया, उन्हां नूं मन्नण वालिआं दा जीवन उच्चा भी कीता। पर दुनिया दे विच कोई ऐसा रहबर नहीं जिन्हें अपनी उमत नूं अपने मन्नण वालिआं नूं अपने वर्गा बना करके इन्ना मान बख्शिया होवे कि जिवें पारस किसे नूं सोना ते बना सकदा है, पर किसे धात नूं अपने वर्गा नहीं बना सकदा कि वह होरां नूं भी किसे दे विच जीवन तब्दील करके अपने वर्गा बना सके। पर धन गुरु नानक साहब महाराज तुसीं ओह पारस हो जिथे मनुखता दा जीवन उच्चा चुक्या, उत्थे उच्चा चुकण दे नाल नाल अपने वर्गा बनाया। इन्नी को ताकत समर्था भर दी कि अगे वो होरां दा भी जीवन बदल के अपने वर्गा बना सके। जे गुरु नानक साहब की संगत भाई लहणा जी करते हैं, लहणे से अंगद बना अंगद से अल्लाह कर दिया। जे अपने वर्गा बनाया तो अगे 10 जामियां दे विच अपना रूप दे के 10वें जामे विच मेरे पातशाह ने सिख नूं इन्ना मान बख्शता कि तेरे मेरे विच कोई अंतर नहीं, हुण खालसा मेरो रूप है खास, खालसे में हों करो निवास। तो उस खालसे विच इन्नी समर्था भर दी कि वह अगे भी अमृत छका करके होरां नूं भी इस अमृत संचार दे रही अपने वर्गा बना सकता है। गज के आखो सतनाम। पारस बड़े हुए ने, पर वह पारस नहीं कि किसी नूं अपने वर्गा बना के अपने वाली बरकत पा दे। ये गुरु नानक साहब तुहाडे वर्गा पारस कोई नहीं। यूं तो बहुत से पारसा हुए हैं इस जहां में, बहुत से राह नुमा हुए हैं इस जहां में। राह दसन वाले बड़े जगत विच रहबर आए। समय के हिसाब नाल भुली हुई लुकाई नूं उन्हां ने राह दस्या, पर समा पा करके जिहड़े पुछण वाले सी ना साध संगत, जिन्हां नूं राह दस्या गया सी ना, वो समा पा करके फिर भुल गए। इस संसार की एक फितरत है। जिन्ने रहबर आए, रहबरां ने आके भुली हुई लुकाई नूं सीधे रस्ते ते पाया, उन्हां नूं रस्ता दिखाया। जिवें साडी अवस्था है, असीं जाना होवे दिल्ली ते इत्थों जदों किते रस्ता सीधा सीधा जांदा होवे ना ते असीं सीधे सीधे तुरे जावांगे। पर जिथे 2 रस्ते आ गए जां 3 जां 4 रस्ते आ गए ना, ते कई बार बंदा भुलेखे च पै जांदा किहड़ा रस्ता मैनूं सीधा दिल्ली वाले पासे ले जाए। जे किते गलती दे नाल गलत पासे नूं कदम रख लिया, हो सकदा है मंजिल दे नेड़े जाण दी थां कई बार असीं दूर होण लग पईए। ते जे सीधे रस्ते तुरे ते मंजिल ते पहुंच जांगे, पर जे गलत रस्ते ते कदम रख लिया ना ते फिर मंजिल दे नेड़े होण दी थां कई बार दूर हो जाना। रब दे राह ते तुरन वाला बंदा जदों रब दे राह ते तुरदियां तुरदियां, जिहड़े बंदे अज नास्तिक हो के कहंदे ना रब है ही नहीं, परमात्मा है ही कोई नहीं, नास्तिकता दी दुनिया च उन्हां लोकां ने कदम रखे ने जिहड़े नेड़े होण दी थां गलत रस्ते ते तुर पे ते भटकदियां भटकदियां इन्ना दूर हो गए ने, अज रब ते सवाल कर रहे ने कि रब कोई चीज़ ही नहीं, परमात्मा है ही नहीं, वो अकाल पुरख है ही नहीं। उस रब की होंद हस्ती ते भी उन्होंने किंतु किया, जिहड़े सही रस्ता छड्ड के गलत रस्ते ते भटक गए। पर कितना चंगा होवे जे रस्ते ते जिथे 2 रस्ते 3 रस्ते आ जाण, उत्थे कोई बंदा राह दस्सण वाला मिल जाए कि भाई साहब आ रस्ता तुहाडी मंजिल वाले पासे लै जाए। पर एक थां ते दस्सेगा, दूजी थां ते दस्सेगा, फिर बार बार दुराए ते तिराए ते चुराए ते पुछना पैंदा है। ते कितना चंगा होवे साध संगत जिस बंदे नूं रस्ते दा पता होवे, ਉਹ साडी बांह फड़ के आखे चल बई भलिया तेनों मैं मंजिल ते पहुंचा करके आवां, ते फिर कदी भटकण दा डर नहीं, किते गवाचण दा डर नहीं। दुनिया च रहबर आए, उन्होंने रस्ता दस्या, ये परमात्मा दे घर लैके जांदा है, ये सुख ते आनंद दे घर वाले पासे लैके जांदा है। पर रस्ता दसदियां उन्होंने जगत नूं राह ते तोरिया, पर जिथे दुरस्ती 2 रस्ते 4 रस्ते आए, जगत फिर दुविधा ते भरमां विच पै गया। धन गुरु नानक साहब महाराज तुहाडी ओह सिफत है
ਤੁਸੀਂ ਉਹ ਰਹਿਬਰ ਹੋ ਜਿਨ੍ਹਾਂ ਨੇ ਜਗਤ ਨੂੰ ਕੇਵਲ ਰਸਤਾ ਹੀ ਨਹੀਂ ਦਿਖਾਇਆ। ਜੇ ਭਾਈ ਲਹਿਣਾ ਜੀ ਪੁੱਛਦੇ ਨੇ ਮੈਂ ਕਰਤਾਰਪੁਰ ਜਾਣਾ ਹੈ ਧਰਮਸ਼ਾਲਾ ਵਿੱਚ, ਤੇ ਖੁਦ ਘੋੜੀ ਦੀ ਵਾਗ ਪਕੜ ਕੇ ਅੱਗੇ ਅੱਗੇ ਚੱਲ ਕੇ ਮੰਜ਼ਿਲ ਤੇ ਪਹੁੰਚਾਉਂਦੇ ਆ। ਤੇ ਕੇਵਲ ਉੱਥੇ ਹੀ ਨਹੀਂ, ਰਹਿੰਦੀ ਦੁਨੀਆ ਤੱਕ ਮਨੁੱਖਤਾ ਦੀ ਅਗਵਾਈ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੱਜ ਵੀ ਮਨੁੱਖਤਾ ਦੀ ਅਗਵਾਈ ਕਰ ਰਹੇ। ਪਿਛਲੇ ਸਮੇਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਨਾ ਇੱਕ ਸੈਮੀਨਾਰ ਸੀ, ਉਹ 'ਚ ਕਵੀਆਂ ਦਾ ਸੰਮੇਲਨ ਹੋਇਆ। ਉਸ ਸੰਮੇਲਨ ਦੇ ਵਿੱਚ ਕਵੀ ਜਿਹੜੇ ਸਨ ਸਾਰਿਆਂ ਨੇ ਬੜੇ ਪਿਆਰ ਨਾਲ ਕਵਿਤਾ ਪੜ੍ਹੀ, ਆਵੀਂ ਬਾਬਾ ਨਾਨਕਾ ਤੂੰ ਆਵੀਂ ਬਾਬਾ ਨਾਨਕਾ, ਇਹੋ ਜੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ। ਕੋਈ ਪੜਦਾ ਏ ਗੁਰੂ ਨਾਨਕ ਜੀ ਆਜੋ ਸਾਡਾ ਬੇੜਾ ਪਾਰ ਲੰਘਾ ਜੋ, ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਆਜੋ ਸਾਡੇ ਜੀਵਨ ਤੇ ਰਹਿਮਤ ਵਰਸਾ ਜੋ। ਇਦਾਂ ਕਰਕੇ ਸਾਰੇ ਗੁਰੂ ਨਾਨਕ ਸਾਹਿਬ ਨੂੰ ਆਵਾਜ਼ਾਂ ਮਾਰਦੇ ਨੇ ਕਿ ਇੱਕ ਵਾਰ ਗੁਰੂ ਨਾਨਕ ਜੀ ਆਜੋ, ਇੱਕ ਵਾਰ ਦਰਸ ਦਿਖਾ ਜੋ। ਪਰ ਜਦੋਂ ਕਵੀ ਸੰਮੇਲਨ ਸਮਾਪਤ ਹੋਇਆ ਨਾ, ਤੇ ਡਾਕਟਰ ਸਾਹਿਬ ਸਿੰਘ ਸਟੇਜ ਸੈਕਟਰੀ ਸੀ, ਉਹ ਖੜੇ ਹੋ ਗਏ ਤੇ ਸਟੇਜ ਤੇ ਖੜੇ ਹੋ ਕੇ ਕਹਿਣ ਲੱਗੇ ਸਮਾਪਤੀ ਵੇਲੇ ਜਦੋਂ ਕਵੀਆਂ ਦਾ ਸੰਮੇਲਨ ਸਮਾਪਤ ਹੋਇਆ, ਕਹਿੰਦਾ ਮੈਂ ਤੁਹਾਡੇ ਕਵੀਆਂ ਚੋਂ ਕਿਸੇ ਨਾਲ ਵੀ ਸਹਿਮਤ ਨਹੀਂ। ਕਵੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਸ਼ਾਇਦ ਹੁਣ ਨਹੀਂ ਸਾਡੀ ਭੇਟਾ ਮਿਲਦੀ ਕਿਉਂਕਿ ਸਟੇਜ ਸੈਕਟਰੀ ਨਹੀਂ ਸਾਡੇ ਨਾਲ ਸਹਿਮਤ। ਉਹ ਸੋਚਿਆ ਜੇ ਪੈ ਕੇ ਪੁੱਛਦੇ ਤੁਸੀਂ ਸਾਡੇ ਨਾਲ ਸਹਿਮਤ ਕਿਉਂ ਨਹੀਂ? ਕਹਿੰਦੇ ਤੁਸੀਂ ਸਾਰੇ ਕਹਿੰਦੇ ਸੀ ਗੁਰੂ ਨਾਨਕ ਜੀ ਆਜੋ, ਗੁਰੂ ਨਾਨਕ ਜੀ ਆਜੋ, ਗੁਰੂ ਨਾਨਕ ਨੂੰ ਆਵਾਜ਼ਾਂ ਮਾਰ ਰਹੇ ਹੋ ਕਿ ਇੱਕ ਵਾਰ ਗੁਰੂ ਨਾਨਕ ਜੀ ਆਜੋ, ਇੱਕ ਵਾਰ ਗੁਰੂ ਨਾਨਕ ਜੀ ਆਜੋ। ਆਵਾਜ਼ਾਂ ਤੇ ਤੁਸੀਂ ਸਾਰੇ ਮਾਰਦੇ ਹੋ, ਪਰ ਗੱਲ ਮੈਂ ਤੁਹਾਡੇ ਨਾਲ ਤਾਂ ਸਹਿਮਤ ਨਹੀਂ। ਗੁਰੂ ਨਾਨਕ ਜੀ ਤੇ ਤਾਂ ਆਉਣ ਜੇ ਕਿਤੇ ਗਏ ਹੋਣ। ਉਹ ਤੇ 1469 ਵਿੱਚ ਜਦੋਂ ਇਸ ਧਰਤੀ ਤੇ ਪ੍ਰਗਟ ਹੋਏ, ਪ੍ਰਗਟ ਹੋਣ ਤੋਂ ਬਾਅਦ ਵਿੱਚ ਦੁਨੀਆ 'ਚ ਬੜੇ ਰਹਿਬਰ ਆਉਂਦੇ ਨੇ, ਸਮੇਂ ਨਾਲ ਚਲੇ ਜਾਂਦੇ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲਾਂ ਤੇ ਤੁਸੀਂ 10 ਜਾਮੇ ਧਾਰੇ, 10 ਜਾਮਿਆਂ ਦੇ ਵਿੱਚ ਵਿਚਰ ਕੇ ਮਨੁੱਖਤਾ ਦਾ ਭਲਾ ਕੀਤਾ, ਤੇ 10 ਜਾਮਿਆਂ ਤੋਂ ਬਾਅਦ ਅੱਜ ਜਪਜੀ ਦਾ ਰੂਪ ਹੋ ਕੇ, ਗੁਰੂ ਗ੍ਰੰਥ ਸਾਹਿਬ ਦਾ ਰੂਪ ਹੋ ਕੇ, ਬਾਣੀ ਦਾ ਰੂਪ ਹੋ ਕੇ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਨਾਨਕ ਜੀ ਤੁਸੀਂ ਪ੍ਰਤੱਖ ਤੌਰ ਤੇ ਬਿਰਾਜਮਾਨ ਹੋ ਕੇ ਮਨੁੱਖਤਾ ਦਾ ਭਲਾ ਕਰ ਰਹੇ ਹੋ। ਗੁਰੂ ਨਾਨਕ ਜੀ ਕਿਤੇ ਗਏ ਹੋਣ ਤਾਂ ਇਸ ਦੁਨੀਆ ਵਿੱਚ ਆਉਣ, ਉਹ ਤੇ ਪ੍ਰਤੱਖ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬਿਰਾਜਮਾਨ। ਇੱਕ ਵਾਰ ਅੱਜ ਗੁਰੂ ਨਾਨਕ ਨੂੰ ਲੱਭਣ ਦੀ ਥਾਂ ਨਾ ਸਾਧ ਸੰਗਤ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਹੈ ਗੁਰੂ ਕੀ ਬਾਣੀ। ਇਸ ਬਾਣੀ ਨੂੰ ਪਿਆਰ ਦੇ ਨਾਲ ਪੜ੍ਹਨਾ ਆਰੰਭ ਕਰ ਦਿਆ। ਅੱਜ 552ਵਾਂ ਪ੍ਰਕਾਸ਼ ਗੁਰਪੁਰਬ ਅਸੀਂ ਸਾਰੇ ਮਨਾ ਰਹੇ। ਮੈਂ ਇੱਕ ਬੇਨਤੀ ਕਰਾਂ, ਜਿੰਨੇ ਵੀ ਤੁਸੀਂ ਗੁਰੂ ਕੀ ਗੋਦ ਵਿੱਚ ਬੈਠੇ ਹੋ ਨਾ, ਸਾਰੇ ਹੀ ਆਪਣੇ ਆਪ ਨੂੰ ਗੁਰੂ ਨਾਨਕ ਦਾ ਪਿਆਰ ਵਾਲਾ ਕਹਿੰਦੇ ਹੋ। ਮੈਂ ਇਹ ਵੀ ਬੇਨਤੀ ਕਰਾਂ, ਇਹ ਬਾਣੀ ਦੀ ਇੱਕ ਤੇ ਰਹਿਮਤ ਇਹ ਹੈ, ਜਿਵੇਂ ਸੂਰਜ ਨਹੀਂ ਨਾ ਵੇਖਦਾ ਕਿ ਸੂਰਜ ਦੀ ਰੋਸ਼ਨੀ ਹਿੰਦੂ ਵਾਸਤੇ ਹੈ ਕਿ ਮੁਸਲਮਾਨ ਵਾਸਤੇ ਹੈ, ਸਿੱਖ ਵਾਸਤੇ ਹੈ ਕਿ ਈਸਾਈ ਵਾਸਤੇ, ਜਿਵੇਂ ਪਾਣੀ ਦਾ ਸੁਭਾਅ ਹੈ, ਪਾਣੀ ਨੂੰ ਹਿੰਦੂ ਪੀਵੇ, ਮੁਸਲਮਾਨ ਪੀਵੇ, ਸਿੱਖ ਪੀਵੇ, ਈਸਾਈ ਪੀਵੇ, ਪਾਣੀ ਦਾ ਕੰਮ ਹੈ ਸਭ ਦੀ ਪਿਆਸ ਬੁਝਾਉਣੀ। ਤੇ ਇਸ ਬਾਣੀ ਦੀ ਵੀ ਬਰਕਤ ਐਸੀ ਹੈ ਕਿ ਇਹ ਬਾਣੀ ਜਿਹੜਾ ਵੀ ਪੜ੍ਹਦਾ ਹੈ, ਸੁਣਦਾ ਹੈ, ਭਾਵੇਂ ਉਹ ਹਿੰਦੂ ਹੈ, ਭਾਵੇਂ ਮੁਸਲਮਾਨ ਅਖਵਾਉਣ ਵਾਲਾ ਹੈ, ਦੁਨੀਆ ਦੇ ਕਿਸੇ ਧਰਮ ਫਿਰਕੇ ਨਾਲ ਸੰਬੰਧ ਰੱਖਣ ਵਾਲਾ ਹੋਵੇ, ਇਹ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਗੁਰੂ ਕੀ ਗੋਦ 'ਚ ਬੈਠੇ ਜੇ ਮੈਂ ਇੱਕ ਗੱਲ ਜ਼ਰੂਰ ਸਾਂਝੀ ਕਰ ਦਿਆਂ, ਇਹ ਬਾਣੀ ਦੀ ਰਹਿਮਤ ਜੇ ਪੁੱਛਣੀ ਹੈ ਤੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਦੇ ਕੋਲੋਂ ਜਾ ਕਰਕੇ ਕਦੀ ਪੁੱਛੀਏ। ਜਿਹੜਾ ਉਸ ਮਿਹਰਬਾਨ ਸਿੰਘ ਜੀ ਇੱਕ ਵਾਰ ਪਾਕਿਸਤਾਨ ਦੀ ਧਰਤੀ ਤੇ ਗਏ ਤੇ ਉੱਥੋਂ ਦਾ ਵਜ਼ੀਰੇ ਆਜ਼ਮ, ਉਹਨੂੰ ਪੁੱਛਿਆ ਜਦੋਂ ਉਹਦੇ ਆਫਿਸ ਦੇ ਵਿੱਚ ਜਾ ਕਰਕੇ ਕਿ ਤੁਸੀਂ ਇਸ ਸਥਾਨ ਤੇ ਬੈਠੇ ਜੇ ਜਿਹਨੇ ਇਹ ਗੱਲ ਕਹੀ ਸੀ ਕਿ ਹਿੰਦੁਸਤਾਨ ਦੇ ਕੋਲੋਂ ਜਿੰਨੀ ਵਾਰੀ ਅਸੀਂ ਹਾਰੇ ਆ ਤੇ ਇਹਦੇ ਹਾਰ ਦਾ ਕਾਰਨ ਕੇਵਲ ਭਾਰਤ ਦੇ ਵਿੱਚ ਸਿੱਖ ਫੌਜਾਂ ਤੇ ਸਿੱਖ ਰੈਜੀਮੈਂਟ ਸੀ ਜਿਨ੍ਹਾਂ ਕਰਕੇ ਅਸੀਂ ਭਾਰਤ ਤੋਂ ਹਾਰੇ। ਉਹਨੂੰ ਪੁੱਛਿਆ ਗਿਆ ਅਯੂਬ ਖਾਨ ਨੂੰ ਜਾ ਕਰਕੇ, ਜਦੋਂ ਉਹਦੇ ਆਫਿਸ ਦੇ ਵਿੱਚ ਮਿਹਰਬਾਨ ਸਿੰਘ ਜੀ ਸਿੰਗਾਪੁਰ ਦੇ ਰਹਿਣ ਵਾਲੇ ਪਹੁੰਚੇ ਤੇ ਜਿੱਥੇ ਉਹਦੇ ਆਫਿਸ 'ਚ ਬੈਠੇ ਸੀ ਉੱਤੇ ਆਫਿਸ ਦੇ ਉੱਪਰਲੇ ਪਾਸੇ ਜਿੱਥੇ ਉਹਨੂੰ ਮਿਲੇ ਨੇ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਕਲਾਮ ਜਿਹਦੇ ਮੂਲ ਮੰਤਰ ਦੇ ਰੂਪ ਦੇ ਵਿੱਚ ਲਿਖਿਆ ਹੋਇਆ ਸੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਉਹਨੂੰ ਪੁੱਛਿਆ ਗਿਆ ਕਿਉਂ ਲਿਖਿਆ ਹੈ, ਤੁਸੀਂ ਮੁਸਲਮਾਨ ਹੋ, ਤੁਹਾਡੇ ਇਸ ਸਥਾਨ ਤੇ ਕੁਰਾਨ ਸ਼ਰੀਫ ਦੀ ਕੋਈ ਆਇਤ ਹੋਣੀ ਚਾਹੀਦੀ ਸੀ, ਪਰ ਤੁਸੀਂ ਇਹ ਕਲਾਮ ਕਿਉਂ ਲਿਖਿਆ? ਉਹਨੇ ਬੜਾ ਕਮਾਲ ਦਾ ਜਵਾਬ ਦਿੱਤਾ ਉਸ ਅਯੂਬ ਖਾਨ ਨੇ ਕਿ ਅੱਜ ਜਿਸ ਮਕਾਮ ਤੇ ਮੈਂ ਪਹੁੰਚਿਆ ਨਾ, ਇਸ ਮਕਾਮ ਤੇ ਪਹੁੰਚਣ ਦੇ ਪਿੱਛੇ ਦਾ ਕਾਰਨ ਉਹਦੀ ਆਪਣੀ ਬਾਇਓਗ੍ਰਾਫੀ 'ਚ ਵੀ ਇਸ ਗੱਲ ਦਾ ਜ਼ਿਕਰ ਹੈ। ਮੈਂ ਕੋਲੋਂ ਬਣਾ ਕੇ ਨਹੀਂ ਗੱਲ ਕਰ ਰਿਹਾ, ਉਹਦੀ ਆਪਣੀ ਬਾਇਓਗ੍ਰਾਫੀ 'ਚ ਵੀ ਇਸ ਗੱਲ ਦਾ ਜ਼ਿਕਰ ਸੀ
कि अज जिस मकान ते मैं पाकिस्तान के उच्चे अहुदे ते पहुंचिया ये पिछे इस मूल मंत्र की करामात ते बरकत है। पूछया किवें? कहन लगे जदों मैं बचपन दे विच स्कूल जाना सी ना ते उदों मैनू मास्टर ने कोई लैसन देना याद करने वास्ते मैनू याद नहीं सी हुंदा, डांट पैंदी सी ते रोज़ मास्टर ने कोई गल कहनी मैनू कोई सज़ा मिलनी, पनिशमेंट दिता जाना। कहंदे अज रोजाना की तरह मैं घरों चलिया तो चेता आ गया कि मास्टर ने जिहड़ा लैसन दिता सी वो मैनू याद नहीं होया। उदों पार्टीशन नहीं सी होई, पाकिस्तान नहीं सी बनया, उस वक्त की गल है। तो कहंदे रस्ते दे विच जांदियां गुरुद्वारा साहब नज़र आया। हुण दुनिया दे विच इक्को एक धार्मिक स्थान गुरुद्वारा है। साध संगत, जिस स्थान ते जान लग्या ये नहीं पुछया जांदा तेरी जात की है, तेरा धर्म की है, तेरा मजहब की है। बहुत सारे धार्मिक स्थान ऐसे मिल जाएंगे साध संगत जिथे जात धर्म या मजहब का सवाल पूछया जा सकता है, पर गुरु नानक का घर एक ऐसा थां है, ऐसा दर है। कबीर जिह दर आवत जात्यों हटके ना ही कोई, सो दर कैसे छोड़िए जो दर ऐसा होए। कह लगे गुरुद्वारा साहब वो साझा स्थान जिथे जान लग्या ये नहीं पूछया जाता तू हिंदू है कि मुसलमान। सचखंड श्री हरमंदर साहब की गल वीर प्रीतम सिंह जी करके गए, जिथों का हजूरी रागी जत्था बड़े प्यार नाल हाजरी भर के गया। मैं थोड़ा जिहा शब्दावली तेज तां कीती है कि मैं सीमित समय में कुछ गल्लां आप जी नाल साझियां कर जावां, क्योंकि समा अपनी चाल चलदा जा रहा। उस दरबार साहब की जो महानता की गल करिए, दुनिया च बड़े धार्मिक स्थान ने, पर जिन्नियां धार्मिक स्थानां ते लोग पहलां जांदे सी पौड़ियां चढ़ के जांदे सी। पहला स्थान बनाया जिथे पौड़ी चढ़ के नहीं, पौड़ियां उतर के जाईदा, निमरता दे घर होके जाया जाता। पहला दरवाजा एक होया करता सी, पर ये 4 दरवाजे सारे वर्णा सारे मजहबां वास्ते सांझे बनाए। तो फिर ये भी दुनिया दे विच मिसाल है कि इस सचखंड श्री हरमंदर साहब दी नींह एक मुसलमान फकीर साईं मियाँ मीर जी दे वल्लों रखी। ये इंसानियत दे आपसी प्यार ते मिलवर्तन की गवाही भरदी है, ये सचखंड श्री हरमंदर साहब दी। खैर जदों कहते अयूब खान कहते मैं गुरुद्वारा साहब विच दाखिल होया, हुण गुरुद्वारे आउण लग्या ये नहीं पूछया जाता तुहाडी जात की है, गोत की, धर्म की। 2 चीज़ों का ध्यान रखा जाता है जिन्हें गुरुद्वारा साहब आउणा। नंबर 1 उहदे कोल जगत झूठ ना होवे। ध्यान नाल सुणियो, मैं शब्द वरतिया जगत झूठ। एडी नखिद्ध चीज़ है कि गुरुद्वारे ना लेना भी वर्जित है। हुण कईयां नूं समझ नहीं आउणी, इस करके मैं पहला माफ़ी मंग लिया, फिर मैं माड़ा जिहा ना लै लेना। तंबाकू नूं जगत झूठ आख्या जाता। ये जगत झूठ वर्गी चीज़ उहदे कोल ना होवे, नशे वाली चीज़ ना होवे जिहड़ी इंसानियत वास्ते खतरा है। वक्री गल जे किते जानवर दे सामने रखी होवे ना तो जानवर भी इहनूं मूँह नहीं मारेगा, पर बंदा उहनूं कह दिता जावे ना तू जानवर है तो लड़न मरन पैंदा। जानवर तो भी नखिद्ध जिंदगी है जिहड़ा इहो जिहे नशियां दे विच गलतान है। गज के आखो सतनाम। एक नशा ना होवे ते दूजे नंबर ते उहदा सिर बोलो ढक्या होवे। हुण सिर ढक्कण वास्ते कई वीर नाराज हो जाते जी, क्यों आख्या जाता? मैं एक बेनती करा, गुरु की गोद च बैठे जे, सिर ढक्कण वास्ते पता क्यों आख्या जाता? भैणों तुसीं भी ध्यान दिओ, बार बार कहा जाता चुन्नी सिर ते रखो, सिर ढक के बैठो। ਇਹਦਾ ਕਾਰਨ है गुरुद्वारा साहब जो तुसीं आउंदे जे ना, ये सिर ढक्कण वास्ते तां आख्या गया। भारती कल्चर दे विच एक खास गल है, जदों किसी दे सिर तो पग लह जे ना, ਇਹਦਾ मतलब जो बंदा कहता मेरी पग लाती मतलब मेरी बेइज्जती करती। कोई भैन कहे ना मेरे सिरों चुन्नी लाती, ਇਹਦਾ मतलब मेरी पत्त रोल के रख दी, मेरी बेइज्जती कर दी, सिरों नंगे कर दिता। सिरों नंगे होने का मतलब बेइज्जत हो जाना। तो जदों कोई कहता ना मेरे सिर ते पग रखती, भाव किसी नूं पग दे देनी, किसी दे सिर ते पग बन देनी, उन्होंने इज्जत दे देनी, किसी नूं चुन्नी चढ़ा देनी, उन्होंने इज्जत दे देनी। सिर ढक्कण का मतलब इज्जत देना ते सिरों नंगे कर देना, भाव बेइज्जत कर देना। ये गुरुद्वारा साहब आउंदियां ही जदों प्यार नाल कहा जाता है मेरे वीर मेरी भैन सिर ढक के गुरुद्वारा साहब आओ, ਇਹਦਾ मतलब आउंदियां ही तुहानूं रिस्पैक्ट दित्ती जाती है, इज्जत दित्ती जाती है, सन्मान दिता जाता है, मान दिता जाता है। क्योंकि गुरु नानक दे घर दे विच एक गल समझाई, इत्थे एक पिता एक सके हम बारक, असी एक पिता दी संतान है। इस धरती में तेरी सिकदारी अवर जोन तेरी पनिहारी। आउंदियां सार भावें भैन होवे ते भावें वीर होवे, उन्होंने सिर ढक्कण वास्ते कह के उहदी रिस्पैक्ट की जाती है, उहदी इज्जत की जाती है। इस करके सिर ढकना
ਇਹ ਸਿੱਖੀ ਦੇ ਵਿੱਚ ਕਿਸੇ ਨੂੰ ਇੱਜ਼ਤ ਦੇਣ ਤੋਂ ਲੈ। ਇਸ ਕਰਕੇ ਅਸੀਂ ਇੱਜ਼ਤ ਦਿੰਦੇ ਹਾਂ, ਆਉਂਦਿਆਂ ਹੀ ਵੈਲਕਮ ਕਰਦੇ ਹਾਂ ਨਾ, ਜਦੋਂ ਰਿਸਪੈਕਟ ਦਿੰਦੇ ਹਾਂ, ਸਤਿਕਾਰ ਦਿੰਦੇ ਹਾਂ, ਤਾਂ ਉਹਨੂੰ ਕਹਿੰਦੇ ਆ ਸਿਰ ਢੱਕ ਲਵੋ। ਜੇ ਨਾ ਹੋਵੇ ਤੇ ਵਸਤਰ ਗੁਰਦੁਆਰਾ ਸਾਹਿਬ 'ਚ ਅਸੀਂ ਦੇ ਦਿੰਦੇ ਹਾਂ ਕਿ ਆ ਸਿਰ ਢੱਕ ਕੇ ਗੁਰਦੁਆਰਾ ਸਾਹਿਬ ਦਾਖਲ। ਇਸ ਕਰਕੇ ਜੇ ਕੋਈ ਨਾਰਾਜ਼ ਹੋਵੇ ਉਹਨੂੰ ਪਿਆਰ ਨਾਲ ਸਮਝਾਓ, ਵੀਰਾ ਮੇਰੀ ਇਹ ਭੈਣੇ ਤੈਨੂੰ ਸਿਰ ਢੱਕਣ ਵਾਸਤੇ ਤਾਂ ਅਸੀਂ ਆਖਿਆ ਕਿ ਇਸ ਥਾਂ ਤੇ ਸਿਰ ਢੱਕਣ ਵਾਲੇ ਨੂੰ ਇੱਜ਼ਤ ਦਿੱਤੀ ਜਾਂਦੀ ਹੈ, ਤੇ ਤੈਨੂੰ ਇੱਜ਼ਤ ਦੇਣ ਲੱਗਿਆ, ਰਿਸਪੈਕਟ ਦੇਣ ਵਾਸਤੇ ਤੈਨੂੰ ਸਿਰ ਢੱਕਣ ਵਾਸਤੇ ਆਖਿਆ ਜਾਂਦਾ। ਤੇ ਜਿਹਨੂੰ ਇਹ ਰਿਸਪੈਕਟ ਪਿਆਰੀ ਲੱਗਦੀ ਹੈ ਨਾ, ਫਿਰ ਗੁਰਦੁਆਰੇ ਤੋਂ ਬਾਹਰ ਜਾਂਦਿਆ ਸਰ ਸਿਰ ਫਿਰ ਛੇਤੀ ਕਿਤੇ ਉਹਦਾ ਨੰਗਾ ਬੋਲੋ ਨਹੀਂ ਹੁੰਦਾ। ਗੱਜ ਕੇ ਆਖੋ ਸਤਨਾਮ। ਮੈਂ ਆਪਣੇ ਵਿਸ਼ੇ ਵੱਲ ਆਵਾਂ। ਅਯੂਬ ਖਾਂ ਗਿਆ ਤੇ ਕਹਿੰਦੇ ਗਿਆਨੀ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸਨ। ਹੁਣ ਸਾਂਝੇ ਅਸਥਾਨ ਪਾਕਿਸਤਾਨ ਉਦੋਂ ਬਣਿਆ ਨਹੀਂ ਸੀ, ਤੇ ਕਹਿਣ ਲੱਗੇ ਅਯੂਬਿਆ ਕੀ ਗੱਲ ਅੱਜ ਸਕੂਲੇ ਨਹੀਂ ਗਿਆ? ਰੋਂਦੇ ਰੋਂਦੇ ਕਹਿਣ ਲੱਗਾ ਗਿਆਨੀ ਜੀ ਮੈਂ ਜਾਵਾਂ ਕਿਉਂ, ਅੱਜ ਕੁੱਟ ਬੜੀ ਪੈਣੀ ਹੈ, ਤੇ ਉਹ ਕੁੱਟ ਤੋਂ ਡਰਦਾ ਮੈਂ ਸਕੂਲੇ ਨਹੀਂ ਜਾ ਰਿਹਾ, ਕਿਉਂਕਿ ਮਾਸਟਰ ਮੈਨੂੰ ਕੋਈ ਯਾਦ ਕਰਨ ਲਈ ਦਿੰਦੇ ਨੇ, ਮੈਨੂੰ ਯਾਦ ਕੋਈ ਨਹੀਂ ਹੁੰਦਾ। ਤੇ ਗਿਆਨੀ ਜੀ ਕਹਿਣ ਲੱਗੇ ਅਯੂਬਿਆ ਜੇ ਨਿੱਕੀ ਨਿੱਕੀ ਗੱਲ ਤੋਂ ਡਰੇਗਾ ਨਾ ਤੇ ਜ਼ਿੰਦਗੀ 'ਚ ਕਾਮਯਾਬ ਕਿਵੇਂ ਹੋਏਗਾ? ਨਿੱਕੀ ਨਿੱਕੀ ਗੱਲ ਤੋਂ ਡਰੇਗਾ ਤੇ ਕਾਮਯਾਬ ਕਿਵੇਂ ਹੋਏਗਾ? ਆ ਤੈਨੂੰ ਉਸ ਦਰ ਤੇ ਜੋੜ ਦਈਏ, ਉਸ ਲੜ ਨਾਲ ਲਾ ਦਈਏ, ਤੇਰੇ ਸਾਰੇ ਡਰ ਉਹ ਮੁਕਾ ਕੇ ਖਤਮ ਕਰ ਦੇਵੇਗਾ। ਕਹਿੰਦੇ ਫਿਰ ਚੌਂਕੜਾ ਮਾਰ ਤੇ ਪਿਆਰ ਨਾਲ ਕਹਿ ਇੱਕ ਓੰਕਾਰ। ਆਪ ਬੜੇ ਧਿਆਨ ਨਾਲ ਸੁਣਿਓ, ਇਸ ਮੂਲ ਮੰਤਰ ਦੇ ਕਿਤੇ ਅਰਥ ਦੁਨੀਆ ਨੂੰ ਪਤਾ ਲੱਗ ਜਾਏ ਨਾ, ਅੱਜ ਦੁਨੀਆ ਦੀ ਜਿੰਨੀ ਲੜਾਈ ਹੈ ਸਾਰਾ ਝਗੜਾ ਇੱਕ ਪਲ ਵਿੱਚ, ਇੱਕ ਖਿੰਨ ਦੇ ਵਿੱਚ ਖਤਮ ਹੋ ਜਾਏ। ਲੜਾਈ ਧਰਮ ਦੇ ਨਾਂ ਤੇ ਲੋਕਾਂ ਨੇ ਪਾਈ। ਕੋਈ ਕਹਿੰਦਾ ਰੱਬ ਦਾ ਨਾਮ ਇਹ ਹੈ, ਰੱਬ ਦਾ ਨਾਮ ਉਹ ਹੈ। ਇੱਕ ਲੜਾਈ ਹੁਣ ਕਿਹੋ ਜੀ ਹੈ, ਜਿਵੇਂ ਨਾ ਸਕੂਲ ਵਿੱਚ ਬੱਚੇ ਜਾਂਦੇ ਆ ਨਾ ਸਾਧ ਸੰਗਤ, ਉਹ ਸਕੂਲ ਵਿੱਚ ਗਿਆ ਬੱਚਾ, ਤੇ ਹੁਣ ਇੰਗਲਿਸ਼ ਮੀਡੀਅਮ ਦਾ ਜ਼ਮਾਨਾ ਹੋ ਗਿਆ, ਤੇ ਉਸ ਜ਼ਮਾਨੇ ਵਿੱਚ ਬੱਚੇ ਨੂੰ ਪਾਣੀ ਨੂੰ ਹੁਣ ਵਾਟਰ ਕਹਿਣਾ ਸਿਖਾ ਦਿੱਤਾ। ਹੁਣ ਘਰ ਦੇ ਵਿੱਚ ਕੋਈ ਬਜ਼ੁਰਗ ਹੋਵੇ, ਹੁਣ ਉਹਨੂੰ ਅੰਗਰੇਜ਼ੀ ਦਾ ਨਹੀਂ ਪਤਾ, ਤੇ ਉਹ ਘਰ ਦੇ ਵਿੱਚ ਜੇਕਰ ਕਿਤੇ ਬੱਚਾ ਵਾਟਰ ਦੀ ਗੱਲ ਕਰਦਾ ਹੈ ਤੇ ਘਰ ਨੂੰ ਨਹੀਂ, ਜਿਹਨੂੰ ਪਤਾ ਉਹਨੇ ਆਖਣਾ ਸ਼ਾਇਦ ਟਮਾਟਰ ਦੀ ਗੱਲ ਕੀਤੀ ਜਾ। ਹੁਣ ਇੱਕ ਜਣਾ ਕਹੇ ਜੀ ਇਹ ਵਾਟਰ ਹੈ, ਦੂਜਾ ਕਹੇ ਨਹੀਂ ਜਲ ਹੈ, ਤੀਜਾ ਕਹੇ ਤੋਏ ਹੈ, ਚੌਥਾ ਕਹੇ ਸਲਲ ਹੈ, ਪੰਜਵਾਂ ਕਹੇ ਆਬ ਹੈ, ਛੇਵਾਂ ਕਹੇ ਪਾਣੀ ਹੈ, ਸੱਤਵਾਂ ਕਹਿ ਦੇ ਨਹੀਂ ਜੀ ਇਹ ਤੇ ਵਾਟਰ ਹੈ, ਤੇ ਅੱਠਵਾਂ ਕਹਿ ਦੇ ਨਹੀਂ ਇਹ H2O ਹੈ। ਹੁਣ ਕੋਈ H2O ਆਖੀ ਜਾਏ, ਕੋਈ ਵਾਟਰ ਕਹੇ, ਸਲਲ ਕਹੇ, ਜਲ ਕਹੇ, ਤੋਏ ਕਹੇ। ਹੁਣ ਜਲ ਤੋਏ ਸਲਲ ਪਾਣੀ ਵਾਟਰ ਕਹਿਣ ਦੇ ਨਾਲ ਪਾਣੀ ਵਿੱਚ ਤੇ ਫਰਕ ਨਹੀਂ ਨਾ ਪੈਂਦਾ। ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਜਗਤ ਵਿੱਚ ਆ ਕੇ ਦੁਨੀਆ ਨੂੰ ਦੱਸੀ ਕਿ ਭਾਵੇਂ ਉਹਨੂੰ ਕੋਈ ਰਾਮ ਆਖੇ, ਭਾਵੇਂ ਉਹਨੂੰ ਕੋਈ ਅੱਲਾ ਆਖੇ, ਭਾਵੇਂ ਉਹਨੂੰ ਕੋਈ ਰਹੀਮ ਆਖੇ, ਭਾਵੇਂ ਕੋਈ ਉਹਨੂੰ ਕਰੀਮ ਆਖੇ, ਰੱਬ ਦੇ ਨਾਮ ਬੜੇ ਨੇ। ਜਿਵੇਂ ਜਲ ਨੂੰ ਤੋਏ ਸਲਲ ਵਾਟਰ ਪਾਣੀ ਕਹਿਣ ਦੇ ਨਾਲ ਉਹਦੇ ਗੁਣਾਂ 'ਚ ਫਰਕ ਨਹੀਂ। ਸਾਇੰਟਿਸਟ ਨੇ ਸਿੱਧ ਕਰ ਦੇਣਾ, ਭਾਵੇਂ ਜਲ ਆਖੋ, ਤੋਏ ਆਖੋ, ਸਲਲ ਆਖੋ, ਚੈੱਕ ਕਰਕੇ ਵੇਖ ਲਓ, ਤੋਏ ਵਿੱਚ ਵੀ H2O ਹੈ, ਸਲਲ ਵਿੱਚ ਵੀ H2O ਹੈ, ਤੇ ਪਾਣੀ ਤੇ ਜਲ ਵਿੱਚ ਵੀ ਬੋਲੋ ਸਾਇੰਟਿਸਟ ਨੇ ਸਿੱਧ ਕਰ ਦੇਣਾ ਕਿ ਸਾਰਿਆਂ ਵਿੱਚ ਉਹ। ਤੁਸੀਂ ਤੇ ਮੂਰਖਤਾ ਵਿੱਚ ਲੜ ਰਹੇ ਹੋ। ਬਸ ਇਹੀ ਸੀ ਸੰਸਾਰ ਦੀ ਖੇਡ। ਜਗਤ ਗੁਰੂ